ਸ਼ਿੰਕਾਨਸੇਨ ਯਾਨੀ ਕਿ ਬੁਲੇਟ ਟ੍ਰੇਨ। ਇਸ ਦਾ ਨਾਂ ਸੁਣਦਿਆਂ ਹੀ ਦਿਮਾਗ 'ਚ ਕੀ ਆਉਂਦਾ ਹੈ? ਸਪੀਡ, ਟਾਈਮ ਤੇ ਪਹੁੰਚਣਾ ਤੇ ਜ਼ਬਰਦਸਤ ਕੁਸ਼ਲਤਾ, ਹੈ ਨਾ? ਇਹ ਸੱਚਮੁੱਚ ਦੁਨੀਆ ਭਰ 'ਚ ਮਸ਼ਹੂਰ ਹੈ। ਪਰ ਇਸ ਚਮਕਦੀ ਤਸਵੀਰ ਦੇ ਪਿੱਛੇ ਇੱਕ ਬਹੁਤ ਹੀ ਗੁੰਝਲਦਾਰ ਕਹਾਣੀ ਛੁਪੀ ਹੋਈ ਹੈ। ਇੱਕ ਪਾਸੇ ਇੱਕ ਦੇਸ਼ ਦਾ ਸੁਪਨਾ ਹੈ ਤੇ ਦੂਜੇ ਪਾਸੇ ਅਰਥਸ਼ਾਸਤਰੀਆਂ ਦੀ ਇੱਕ ਵੱਡੀ ਬਹਿਸ। ਚਲੋ ਫਿਰ ਇਸ ਕਹਾਣੀ ਦੀ ਤਹਿ ਤੱਕ ਚਲਦੇ ਹਾਂ। ਸਿਰਫ 12 ਸੈਕਿੰਡ, ਹਾਂਜੀ 12 ਸੈਕਿੰਡ। 2019 ਦੇ ਆંકੜਿਆਂ ਮੁਤਾਬਿਕ ਸ਼ਿੰਕਾਨਸੇਨ ਟ੍ਰੇਨ ਔਸਤਨ ਸਿਰਫ ਇੰਨਾ ਹੀ ਲੇਟ ਹੁੰਦੀ ਸੀ। ਹੈਰਾਨੀ ਵਾਲੀ ਗੱਲ ਹੈ ਨਾ? ਮਤਲਬ ਕਿ ਲਗਭਗ ਕਦੇ ਲੇਟ ਹੀ ਨਹੀਂ ਹੁੰਦੀ। ਇਸੇ ਸ਼ਾਨਦਾਰ ਕਾਰਗੁਜ਼ਾਰੀ ਨੇ ਇਸ ਨੂੰ ਇੱਕ ਮਿਸਾਲ ਬਣਾ ਦਿੱਤਾ ਹੈ ਤੇ ਸਾਡੀ ਕਹਾਣੀ ਦੀ ਸ਼ੁਰੂਆਤ ਵੀ ਇੱਥੋਂ ਹੀ ਹੁੰਦੀ ਹੈ। ਖੈਰ, ਸਵਾਲ ਇਹ ਹੈ ਕਿ ਇਹ ਇੰਨੀ ਕਮਾਲ ਦੀ ਕੁਸ਼ਲਤਾ ਆਈ ਕਿੱਥੋਂ? ਇਸ ਦਾ ਜਵਾਬ ਲੱਭਣ ਲਈ ਸਾਨੂੰ ਸਮੇਂ ਵਿੱਚ ਪਿੱਛੇ ਜਾਣਾ ਪਵੇਗਾ। 1960 ਦੇ ਦਹਾਕੇ ਦੀ ਸ਼ੁਰੂਆਤ 'ਚ ਇਹ ਉਹ ਸਮਾਂ ਸੀ ਜਦੋਂ ਜਾਪਾਨ ਇੱਕ ਨਵੇਂ ਸਿਰੇ ਤੋਂ ਖੜਾ ਹੋ ਰਿਹਾ ਸੀ। ਦੇਸ਼ ਦੂਜੇ ਵਿਸ਼ਵ ਯੁੱਧ ਦੀ ਭਿਆਨਕ ਤਬਾਹੀ ਤੋਂ ਬਾਹਰ ਨਿਕਲ ਰਿਹਾ ਸੀ ਤੇ ਸਾਹਮਣੇ ਸੀ 1964 ਦੀਆਂ ਟੋਕੀਓ ਓਲੰਪਿਕਸ। ਇਹ ਦੁਨੀਆ ਨੂੰ ਦਿਖਾਉਣ ਦਾ ਇੱਕ ਸੁਨਹਿਰੀ ਮੌਕਾ ਸੀ ਕਿ ਜਾਪਾਨ ਹੁਣ ਵਾਪਸ ਆ ਗਿਆ ਹੈ ਇੱਕ ਨਵੇਂ ਅੰਦਾਜ਼ 'ਚ। ਤੇ ਫਿਰ ਓਲੰਪਿਕ ਤੋਂ ਠੀਕ ਪਹਿਲਾਂ 1 ਅਕਤੂਬਰ 1964 ਨੂੰ ਸ਼ਿੰਕਾਨਸੇਨ ਨੇ ਆਪਣਾ ਪਹਿਲਾ ਸਫ਼ਰ ਤੈਅ ਕੀਤਾ। ਟਾਈਮਿੰਗ ਕਿਆ ਕਮਾਲ ਦੀ ਸੀ! ਦੇਖੋ, ਇਹ ਸਿਰਫ ਇੱਕ ਟ੍ਰੇਨ ਨਹੀਂ ਸੀ, ਇਹਦਾ ਇੱਕ ਐਲਾਨ ਸੀ, ਪੂਰੀ ਦੁਨੀਆ ਲਈ ਇੱਕ ਸੁਨੇਹਾ ਸੀ ਕਿ ਇੱਕ ਨਵਾਂ, ਆਧੁਨਿਕ ਤੇ ਤਕਨੀਕੀ ਤੌਰ ਤੇ ਉੱਨਤ ਜਾਪਾਨ ਹੁਣ ਤੁਹਾਡੇ ਸਾਹਮਣੇ ਹੈ। ਤਾਂ ਸ਼ਿੰਕਾਨਸੇਨ ਦਾ ਮਤਲਬ ਕੀ ਹੈ? ਇਸ ਦਾ ਸਿੱਧਾ-ਸਾਦਾ ਮਤਲਬ ਹੈ ਨਵੀਂ ਮੇਨ ਲਾਈਨ। ਪਰ ਇਹ ਸਿਰਫ ਇੱਕ ਨਵੀਂ ਲਾਈਨ ਨਹੀਂ ਸੀ, ਇਹ ਦੁਨੀਆ ਦੀ ਪਹਿਲੀ ਹਾਈ ਸਪੀਡ ਰੇਲਵੇ ਸੀ। ਇਹ ਜਾਪਾਨ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਟੋਕੀਓ ਤੇ ਓਸਾਕਾ ਨੂੰ ਜੋੜਦੀ ਸੀ। ਸਹੀ ਮਾਇਨਿਆਂ 'ਚ ਇਸਨੇ ਟਰਾਂਸਪੋਰਟ ਦੀ ਦੁਨੀਆ ਵਿੱਚ ਇੱਕ ਕ੍ਰਾਂਤੀ ਲਿਆ ਦਿੱਤੀ ਸੀ। ਪਰ ਦੇਖੋ, ਇੰਨਾ ਵੱਡਾ ਇਤਿਹਾਸਿਕ ਪ੍ਰੋਜੈਕਟ ਸਿਰਫ ਟੈਕਨੋਲੋਜੀ ਦੇ ਦਮ ਤੇ ਨਹੀਂ ਬਣ ਜਾਂਦਾ। ਹਰ ਵੱਡੇ ਕੰਮ ਦੇ ਪਿੱਛੇ ਇੱਕ ਵੱਡੀ ਸੋਚ ਹੁੰਦੀ ਹੈ, ਇੱਕ ਜਨੂਨ ਹੁੰਦਾ ਹੈ। ਸ਼ਿੰਕਾਨਸੇਨ ਦੇ ਪਿੱਛੇ ਵੀ ਇੱਕ ਐਸਾ ਹੀ ਸ਼ਖਸ ਸੀ, ਇੱਕ ਐਸਾ ਦੂਰਅੰਦੇਸ਼ੀ ਇਨਸਾਨ ਜਿਸ ਨੇ ਇਸ ਸੁਪਨੇ ਨੂੰ ਸੱਚ ਕਰਨ ਲਈ ਧਰਤੀ ਅਸਮਾਨ ਇੱਕ ਕਰ ਦਿੱਤਾ। ਤੇ ਉਹ ਸ਼ਖਸ ਸਨ ਸੋਗੋ ਸ਼ਿੰਜੀ। 71 ਸਾਲ ਦੀ ਉਮਰ 'ਚ ਉਹ ਜਾਪਾਨ ਨੈਸ਼ਨਲ ਰੇਲਵੇਜ਼ ਦੇ ਪ੍ਰੈਜ਼ੀਡੈਂਟ ਸਨ। ਉਹੀ ਸਨ ਇਸ ਪ੍ਰੋਜੈਕਟ ਦੇ ਪਿੱਛੇ ਦੀ ਅਸਲ ਤਾਕਤ। ਰੇਲਵੇ ਸਿਸਟਮ 'ਚ ਉਹਨਾਂ ਦਾ ਦਹਾਕਿਆਂ ਦਾ ਤਜਰਬਾ ਸੀ ਤੇ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਸ ਰਾਹ 'ਚ ਆਉਣ ਵਾਲੀਆਂ ਹਜ਼ਾਰਾਂ ਮੁਸ਼ਕਲਾਂ ਨਾਲ ਕਿਵੇਂ ਨਜਿੱਠਣਾ ਹੈ। ਉਹਨਾਂ ਦਾ ਸੁਭਾਅ ਥੋੜਾ ਵੱਖਰਾ ਸੀ। ਜਦੋਂ ਉਹਨਾਂ ਨੂੰ ਗੁੱਸਾ ਆਉਂਦਾ ਸੀ ਤਾਂ ਉਹਨਾਂ ਦੇ ਭਾਸ਼ਣ ਕਿਸੇ ਤੂਫਾਨ ਤੋਂ ਘੱਟ ਨਹੀਂ ਹੁੰਦੇ ਸਨ। ਇਸੇ ਕਰਕੇ ਲੋਕ ਉਹਨਾਂ ਨੂੰ ਪਿਆਰ ਨਾਲ ਓਲਡ ਮੈਨ ਥੰਡਰ ਕਹਿੰਦੇ ਸਨ, ਯਾਨੀ ਕਿ ਗਰਜਨ ਵਾਲਾ ਬਜ਼ੁਰਗ। ਉਹ ਇੱਕ ਅਜਿਹੇ ਲੀਡਰ ਸਨ ਜੋ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਵੱਡੇ-ਵੱਡੇ ਅਫਸਰਾਂ ਤੇ ਨੇਤਾਵਾਂ ਨਾਲ ਟੱਕਰ ਲੈਣ ਤੋਂ ਬਿਲਕੁਲ ਨਹੀਂ ਡਰਦੇ ਸਨ। ਤੇ ਆਖਿਰਕਾਰ ਉਹਨਾਂ ਦੀ ਇਹ ਜ਼ਿੱਦ ਰੰਗ ਲਿਆਈ। ਇਹ ਤਸਵੀਰ 1961 ਦੀ ਹੈ, ਜਿੱਥੇ ਸੋਗੋ ਸ਼ਿੰਜੀ ਵਰਲਡ ਬੈਂਕ ਨਾਲ $80 ਮਿਲੀਅਨ ਦੇ ਕਰਜ਼ੇ ਦੇ ਸਮਝੌਤੇ ਤੇ ਦਸਤਖਤ ਕਰ ਰਹੇ ਹਨ। ਇਹ ਇੱਕ ਬਹੁਤ ਵੱਡਾ ਇਤਿਹਾਸਿਕ ਪਲ ਸੀ, ਪਰ ਕਹਾਣੀ 'ਚ ਇੱਕ ਦੁਖਦਾਈ ਮੋੜ ਵੀ ਆਇਆ। ਪ੍ਰੋਜੈਕਟ ਦਾ ਖਰਚਾ ਅੰਦਾਜ਼ੇ ਤੋਂ ਇੰਨਾ ਜ਼ਿਆਦਾ ਵੱਧ ਗਿਆ ਕਿ ਜਦੋਂ ਇਹ ਪੂਰਾ ਹੋਇਆ ਤਾਂ ਸੋਗੋ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਸੋਗੋ ਦਾ ਅਸਤੀਫਾ ਸਿਰਫ ਇੱਕ ਘਟਨਾ ਨਹੀਂ ਸੀ, ਇਹ ਇੱਕ ਵੱਡੇ ਸਵਾਲ ਵੱਲ ਇਸ਼ਾਰਾ ਸੀ। ਹਾਂ, ਇਹ ਪ੍ਰੋਜੈਕਟ ਇੰਜੀਨੀਅਰਿੰਗ ਦਾ ਇੱਕ ਸ਼ਾਹਕਾਰ ਸੀ, ਇੱਕ ਵੱਡੀ ਜਿੱਤ ਸੀ, ਪਰ ਇਸ ਦੀ ਕੀਮਤ ਕੀ ਚੁਕਾਉਣੀ ਪਈ? ਤਾਂ ਹੁਣ ਕਹਾਣੀ ਜਿੱਤ ਦੇ ਜਸ਼ਨ ਤੋਂ ਹਟ ਕੇ ਪੈਸੇ ਦੇ ਮੁਸ਼ਕਿਲ ਸਵਾਲਾਂ ਵੱਲ ਮੁੜਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਇੱਕ ਕਾਮਯਾਬੀ ਦੀ ਦਾਸਤਾਨ ਹੈ, ਪਰ ਕੀ ਇਹ ਪੂਰੀ ਕਹਾਣੀ ਹੈ? ਕਿਤੇ ਕੁਝ ਐਸਾ ਤਾਂ ਨਹੀਂ ਜੋ ਸਾਨੂੰ ਦੱਸਿਆ ਨਹੀਂ ਗਿਆ? ਇੱਥੋਂ ਹੀ ਸਾਡੀ ਪੜਤਾਲ ਇੱਕ ਨਵਾਂ ਮੋੜ ਲੈਂਦੀ ਹੈ ਤੇ ਅਸੀਂ ਇਸ ਦੇ ਪਿੱਛੇ ਦੀ ਆਰਥਿਕ ਸੱਚਾਈ ਨੂੰ ਫਰੋਲਣਾ ਸ਼ੁਰੂ ਕਰਦੇ ਹਾਂ। ਚਲੋ ਸ਼ੁਰੂਆਤ ਕਰਦੇ ਹਾਂ ਪੈਸੇ ਨਾਲ। ਉਹ ਜਿਹੜਾ ਵਰਲਡ ਬੈਂਕ ਦਾ ਮਸ਼ਹੂਰ ਲੋਨ ਸੀ, ਪਤਾ ਹੈ ਉਹ ਕੁੱਲ ਖਰਚੇ ਦਾ ਕਿੰਨਾ ਹਿੱਸਾ ਸੀ? ਸਿਰਫ 15%। ਬਾਕੀ ਦਾ ਸਾਰਾ 85% ਪੈਸਾ ਜਾਪਾਨ ਦੀ ਸਰਕਾਰ ਤੇ ਦੇਸ਼ ਦੇ ਅੰਦਰੋਂ ਲਏ ਗਏ ਦੂਜੇ ਕਰਜ਼ਿਆਂ ਤੋਂ ਆਇਆ ਸੀ। ਤੇ ਹੁਣ ਆਉਂਦੀ ਹੈ ਸਭ ਤੋਂ ਹੈਰਾਨ ਕਰਨ ਵਾਲੀ ਗੱਲ। ਟ੍ਰੇਨ ਤਾਂ ਬਹੁਤ ਵਧੀਆ ਚੱਲ ਰਹੀ ਸੀ, ਪਰ ਇਸ ਨੂੰ ਚਲਾਉਣ ਵਾਲੀ ਕੰਪਨੀ ਜਾਪਾਨ ਨੈਸ਼ਨਲ ਰੇਲਵੇਜ਼ ਯਾਨੀ JNR 1964 ਤੋਂ ਬਾਅਦ ਕਦੇ ਵੀ ਮੁਨਾਫੇ 'ਚ ਨਹੀਂ ਆਈ। ਕਦੇ ਵੀ ਨਹੀਂ। ਸਗੋਂ ਹੌਲੀ-ਹੌਲੀ ਕਰਕੇ ਕੰਪਨੀ ਤੇ $200 ਬਿਲੀਅਨ ਤੋਂ ਵੀ ਵੱਧ ਦਾ ਕਰਜ਼ਾ ਚੜ੍ਹ ਗਿਆ। ਹਾਲਾਤ ਇੰਨੇ ਵਿਗੜ ਗਏ ਕਿ 1987 ਆਉਂਦੇ-ਆਉਂਦੇ ਸਰਕਾਰ ਕੋਲ ਰੇਲਵੇ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਤੇ ਸੁਣੋ, ਇਹ ਹਾਈ ਸਪੀਡ ਲਾਈਨਾਂ ਕਿੰਨੇ 'ਚ ਵਿਕੀਆਂ? ਜਿੰਨਾ ਪੈਸਾ ਇਹਨਾਂ ਨੂੰ ਬਣਾਉਣ ਤੇ ਲੱਗਿਆ ਸੀ, ਉਸ ਦੇ 1% ਤੋਂ ਵੀ ਘੱਟ ਕੀਮਤ ਤੇ।
ਬਾਕੀ ਸਾਰਾ ਵੱਡਾ ਕਰਜ਼ਾ ਸਰਕਾਰ ਨੂੰ ਆਪਣੇ ਸਿਰ ਲੈਣਾ ਪਿਆ, ਜਿਸ ਦਾ ਮਤਲਬ ਹੈ ਕਿ ਇਸ ਦਾ ਬੋਝ ਆਮ ਲੋਕਾਂ ਯਾਨੀ ਟੈਕਸ ਦੇਣ ਵਾਲਿਆਂ ਤੇ ਪਿਆ। ਇਹ ਵਿੱਤੀ ਬਰਬਾਦੀ ਸਾਨੂੰ ਇੱਕ ਹੋਰ ਵੀ ਵੱਡੇ ਤੇ ਵਿਵਾਦਪੂਰਨ ਸਵਾਲ ਵੱਲ ਲੈ ਜਾਂਦੀ ਹੈ। ਕੀ ਇਹ ਹੋ ਸਕਦਾ ਹੈ ਕਿ ਬੁਲੇਟ ਟ੍ਰੇਨ ਦਾ ਪੂਰਾ ਨੈਟਵਰਕ ਜਾਪਾਨ ਦੀ ਆਰਥਿਕਤਾ ਲਈ ਚੰਗਾ ਹੋਣ ਦੀ ਬਜਾਏ ਉਸ ਨੂੰ ਮੰਦੀ ਵੱਲ ਧੱਕਣ ਦਾ ਇੱਕ ਕਾਰਨ ਬਣਿਆ? ਯਾਨੀ ਕਿ ਜਾਪਾਨ ਦੇ ਉਹਨਾਂ ਮਸ਼ਹੂਰ ਗੁਆਚੇ ਦਹਾਕਿਆਂ ਪਿੱਛੇ ਕੀ ਇਸ ਦਾ ਵੀ ਹੱਥ ਸੀ? ਜ਼ਰਾ ਇਸ ਟਾਈਮਲਾਈਨ ਤੇ ਨਜ਼ਰ ਮਾਰੋ। 1966 ਪਹਿਲੀ ਸ਼ਿਨਕਾਨਸੇਨ ਸ਼ੁਰੂ ਹੋਈ। 1987 JNR ਕੰਪਨੀ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ ਤੇ ਫਿਰ ਠੀਕ 3 ਸਾਲ ਬਾਅਦ 1990 ਵਿੱਚ ਜਾਪਾਨ ਦਾ ਪ੍ਰਾਪਰਟੀ ਬਬਲ ਫਟ ਗਿਆ ਤੇ ਆਰਥਿਕਤਾ ਡਗਮਗਾ ਗਈ। ਹੁਣ ਸਵਾਲ ਇਹ ਹੈ ਕਿ ਕੀ ਇਹ ਸਭ ਸਿਰਫ ਇੱਕ ਇਤਫਾਕ ਸੀ ਜਾਂ ਇਹ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਸਨ? ਕੁਝ ਵਿਸ਼ਲੇਸ਼ਕ ਕਹਿੰਦੇ ਹਨ ਕਿ ਇਹ ਇਤਫਾਕ ਨਹੀਂ ਸੀ। ਉਹਨਾਂ ਦਾ ਸਿਧਾਂਤ ਇਹ ਹੈ ਕਿ ਜਦੋਂ ਸਰਕਾਰ ਨੇ JNR ਦਾ ਕਰਜ਼ਾ ਉਤਾਰਨ ਲਈ ਉਸ ਦੀ ਬਹੁਤ ਸਾਰੀ ਜ਼ਮੀਨ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਖਰੀਦਣ ਵਾਲਾ ਕੋਈ ਨਹੀਂ ਮਿਲਿਆ। ਇਸ ਨਾਲ ਸਭ ਨੂੰ ਪਤਾ ਲੱਗ ਗਿਆ ਕਿ ਜ਼ਮੀਨ ਦੀਆਂ ਕੀਮਤਾਂ ਨਕਲੀ ਤੌਰ ਤੇ ਵਧਾਈਆਂ ਗਈਆਂ ਸਨ। ਇਸ ਨੇ ਪ੍ਰਾਪਰਟੀ ਬਬਲ ਦੀ ਹਵਾ ਕੱਢ ਦਿੱਤੀ ਤੇ ਉਹ ਢਹਿ ਗਿਆ। ਤੇ ਇਸ ਦਾ ਅਸਰ ਸਾਫ਼ ਦਿਖਾਈ ਦਿੰਦਾ ਹੈ। 1990 ਤੋਂ ਲੈ ਕੇ 2020 ਤੱਕ ਦੇ 30 ਸਾਲਾਂ 'ਚ ਜਿੱਥੇ ਅਮਰੀਕਾ ਤੇ ਯੂਰਪ ਦੀ ਪ੍ਰਤੀ ਵਿਅਕਤੀ GDP ਦੁੱਗਣੀ ਜਾਂ ਤਿੱਗਣੀ ਹੋ ਗਈ, ਉੱਥੇ ਜਾਪਾਨ 'ਚ ਸਿਰਫ 60% ਦਾ ਵਾਧਾ ਹੋਇਆ। ਇਹੀ ਸੀ ਗੁਆਚੇ ਦਹਾਕਿਆਂ ਦਾ ਅਸਲ ਆਰਥਿਕ ਨੁਕਸਾਨ। ਇਸ ਤੋਂ ਵੀ ਵੱਧ ਆਲੋਚਕ ਇਸ ਨੂੰ ਇੱਕ ਜ਼ੀਰੋ ਸਮ ਗੇਮ ਕਹਿੰਦੇ ਹਨ, ਮਤਲਬ ਕਿ ਕਿਸੇ ਦਾ ਫਾਇਦਾ ਕਿਸੇ ਦਾ ਨੁਕਸਾਨ। ਜਿਹੜੇ ਸ਼ਹਿਰ ਸ਼ਿਨਕਾਨਸੇਨ ਲਾਈਨ ਤੇ ਆ ਗਏ ਉਹ ਤਾਂ ਤਰੱਕੀ ਕਰ ਗਏ, ਪਰ ਮਿਨਾਕਾਮੇ ਵਰਗੇ ਕਸਬੇ ਜਿਨ੍ਹਾਂ ਨੂੰ ਰਸਤੇ 'ਚੋਂ ਛੱਡ ਦਿੱਤਾ ਗਿਆ ਉਹ ਬਰਬਾਦ ਹੋ ਗਏ। ਮਿਨਾਕਾਮੇ ਨੇ ਆਪਣੀ 1/3 ਆਬਾਦੀ ਗੁਆ ਦਿੱਤੀ ਤੇ ਇੱਕ ਤਰ੍ਹਾਂ ਨਾਲ ਭੂਤ ਸ਼ਹਿਰ ਬਣ ਕੇ ਰਹਿ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਵੱਡੇ ਪ੍ਰੋਜੈਕਟ ਸਾਰੀ ਤਰੱਕੀ ਨੂੰ ਕੁਝ ਥਾਵਾਂ ਤੇ ਇਕੱਠਾ ਕਰ ਦਿੰਦੇ ਹਨ ਤੇ ਬਾਕੀ ਇਲਾਕੇ ਪਿੱਛੇ ਰਹਿ ਜਾਂਦੇ ਹਨ। ਤਾਂ ਫਿਰ ਅਸੀਂ ਸ਼ਿਨਕਾਨਸੇਨ ਦੀ ਵਿਰਾਸਤ ਬਾਰੇ ਕੀ ਕਹਿ ਸਕਦੇ ਹਾਂ? ਸੱਚ ਤਾਂ ਇਹ ਹੈ ਕਿ ਇਸ ਦੇ ਦੋ ਪਹਿਲੂ ਹਨ। ਇਹ ਇੱਕੋ ਸਮੇਂ ਤੇ ਇੰਜੀਨੀਅਰਿੰਗ ਦਾ ਇੱਕ ਬੇਮਿਸਾਲ ਨਮੂਨਾ ਵੀ ਹੈ ਤੇ ਨਾਲ ਹੀ ਇੱਕ ਸਬਕ ਸਿਖਾਉਣ ਵਾਲੀ ਕਹਾਣੀ ਵੀ। ਆਓ ਇਸ ਦੇ ਦੋਵੇਂ ਪੱਖਾਂ ਨੂੰ ਸਾਫ਼-ਸਾਫ਼ ਦੇਖੀਏ। ਇੱਕ ਪਾਸੇ ਇਹ ਤਕਨੀਕੀ ਤਰੱਕੀ ਤੇ ਜੰਗ ਤੋਂ ਬਾਅਦ ਜਾਪਾਨ ਦੇ ਮੁੜ ਉੱਠਣ ਦਾ ਪ੍ਰਤੀਕ ਹੈ। ਇਹ ਸਮੇਂ ਦੀ ਪਾਬੰਦੀ, ਸੁਰੱਖਿਆ ਤੇ ਸੇਵਾਦਾਇਕ ਜਿਉਂਦਾ ਜਾਗਦਾ ਚਮਤਕਾਰ ਹੈ। ਪਰ ਦੂਜੇ ਪਾਸੇ ਇਸ ਨੂੰ ਦੇਸ਼ ਦੇ ਬੇਤਹਾਸ਼ਾ ਕਰਜ਼ਾ ਚੜਾਉਣ ਦਾ ਕਾਰਨ ਵੀ ਮੰਨਿਆ ਜਾਂਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਸ਼ਾਇਦ ਇਸੇ ਨੇ ਜਾਪਾਨ ਨੂੰ ਕਈ ਦਹਾਕਿਆਂ ਦੀ ਆਰਥਿਕ ਮੰਦੀ ਵੱਲ ਧੱਕਿਆ। ਤਾਂ ਆਖਰੀ ਸਵਾਲ ਇਹੀ ਹੈ, ਸ਼ਿਨਕਾਨਸੇਨ ਨੂੰ ਤਰੱਕੀ ਦਾ ਇੱਕ ਅਜਿਹਾ ਮਾਡਲ ਸਮਝਿਆ ਜਾਵੇ ਜਿਸ ਦੀ ਦੂਜੇ ਦੇਸ਼ਾਂ ਨੂੰ ਨਕਲ ਕਰਨੀ ਚਾਹੀਦੀ ਹੈ, ਜਾਂ ਫਿਰ ਇਸ ਨੂੰ ਇੱਕ ਅਜਿਹੀ ਆਰਥਿਕ ਕਹਾਣੀ ਮੰਨਿਆ ਜਾਵੇ ਜਿਸ ਤੋਂ ਸਬਕ ਲੈਣਾ ਚਾਹੀਦਾ ਹੈ? ਸ਼ਾਇਦ ਇਸ ਦੀ ਅਸਲ ਵਿਰਾਸਤ ਇਹਨਾਂ ਦੋਵਾਂ ਦੇ ਵਿੱਚ ਕਿਤੇ ਹੈ। ਇੱਕ ਅਜਿਹੀ ਵਿਰਾਸਤ ਜੋ ਸਾਨੂੰ ਹਮੇਸ਼ਾ ਯਾਦ ਦਿਲਵਾਉਂਦੀ ਹੈ ਕਿ ਹਰ ਤਰੱਕੀ ਦੀ ਇੱਕ ਕੀਮਤ ਹੁੰਦੀ ਹੈ।